ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਵਿਚਾਰ ਕਰਾਂਗੇ। ਆਪ ਜੀ ਦਾ ਪ੍ਰਕਾਸ਼ 24 ਸਤੰਬਰ ਸਨ 1534 ਨੂੰ, ਸੰਮਤ ਦੇ ਹਿਸਾਬ ਨਾਲ 25 ਅੱਸੂ ਸੰਮਤ 1591 ਨੂੰ, ਚੰਦਰਮਾ ਦੇ ਸਾਲ ਦੇ ਹਿਸਾਬ ਨਾਲ ਪੂਰਨਮਾਸ਼ੀ ਤੋਂ 2 ਦਿਨ ਬਾਅਦ ਕੱਤਕਵਦੀ 2 ਨੂੰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਜਿਸ ਵਕਤ ਆਪ ਜੀ ਦਾ ਪ੍ਰਕਾਸ਼ ਹੋਇਆ ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਮਰ 65 ਸਾਲ, ਭਾਈ ਲਹਿਣਾ ਜੀ ਦੀ 30 ਸਾਲ ਤੇ ਬਾਬਾ ਅਮਰਦਾਸ ਜੀ ਦੀ ਉਮਰ 55 ਸਾਲ ਸੀ। 1534 ਤੋਂ ਲੈ ਕੇ 1539 ਤੱਕ ਇਹ 5 ਸਾਲ ਦਾ ਸਮਾਂ ਸਿੱਖ ਇਤਿਹਾਸ ਵਿੱਚ ਇੱਕੋ ਇੱਕ ਐਸਾ ਸਮਾਂ ਜਦੋਂ 4 ਗੁਰੂ ਸ਼ਰੀਰ ਜਿਹੜੇ ਸਮੇਂ-ਸਮੇਂ ਤੇ ਗੁਰਤਾ ਗੱਦੀ ਦੇ ਵਾਰਸ ਬਣੇ ਨੇ ਉਹ ਮੌਜੂਦ ਨੇ। ਬਾਅਦ ਵਿੱਚ ਸਿੱਖ ਇਤਿਹਾਸ ਵਿੱਚ ਐਸਾ ਮੌਕਾ ਨਹੀਂ ਕਦੇ ਵੀ ਬਣਿਆ। ਪਰਿਵਾਰ ਨੇ ਨਾਮ ਰੱਖਿਆ ਰਾਮਦਾਸ। ਪਹਿਲਾ ਵੱਡਾ ਪੁੱਤਰ ਹੋਣ ਕਰਕੇ ਜੇਠਾ ਕਿਹਾ ਜਾਣ ਲੱਗ ਪਿਆ, ਕਿਉਂਕਿ ਵੱਡੇ ਨੂੰ ਜੇਠਾ ਵੀ ਕਹਿ ਦਿੱਤਾ ਜਾਂਦਾ ਹੈ। ਜਦੋਂ ਕੋਈ ਲੜਕੀ ਘਰ ਵਿੱਚ ਕਿਸੇ 'ਚ ਵਿਆਹ ਕੇ ਜਾਂਦੀ ਹੈ ਨਾ, ਤੇ ਪਤੀ ਦੇ ਵੱਡੇ ਭਰਾ ਨੂੰ ਜੇਠ ਕਹਿ ਦਿੱਤਾ ਜਾਂਦਾ ਹੈ, ਭਾਵ ਵੱਡਾ। ਜਦੋਂ ਆਪਾਂ ਦੇਸੀ ਮਹੀਨਿਆਂ ਦੀ ਗੱਲ ਕਰਦੇ ਹਾਂ ਤਾਂ ਦੇਸੀ ਮਹੀਨਿਆਂ ਦੇ ਵਿੱਚ ਇੱਕ ਮਹੀਨਾ ਵੀ ਜੇਠ ਹੈ, ਔਰ ਸਭ ਤੋਂ ਜ਼ਿਆਦਾ ਦਿਨ ਉਸ ਮਹੀਨੇ ਵਿੱਚ ਹੁੰਦੇ ਨੇ, 32 ਦਿਨ ਹੁੰਦੇ ਨੇ, ਉਸ ਕਰਕੇ ਉਹਨੂੰ ਜੇਠ ਕਹਿ ਦਿੱਤਾ ਜਾਂਦਾ, ਉਹਦਾ ਨਾਮ ਰੱਖ ਦਿੱਤਾ ਗਿਆ ਵੱਡਾ। ਹੁਣ ਭਾਈ ਜੇਠਾ ਜੀ ਜਦੋਂ ਤੱਕ 7 ਸਾਲ ਦੀ ਉਮਰ ਦੇ ਹੁੰਦੇ ਨਹੀਂ, ਉਸ ਵੇਲੇ ਤੱਕ ਪਹਿਲਾਂ ਮਾਤਾ ਜੀ, ਕੁਝ ਸਮੇਂ ਬਾਅਦ ਪਿਤਾ ਜੀ ਚੜ੍ਹਾਈ ਕਰ ਜਾਂਦੇ ਨੇ। ਛੋਟਾ ਭਰਾ ਵੀ ਹੈ, ਛੋਟੀ ਭੈਣ ਵੀ ਹੈ। ਨਾਨੀ ਬੱਚਿਆਂ ਨੂੰ ਲੈ ਕੇ ਆਪਣੇ ਪਿੰਡ ਬਾਸਰ ਕੇ ਚਲੀ ਜਾਂਦੀ ਹੈ, ਜਿਹੜਾ ਇਹਨਾਂ ਦਾ ਨਾਨਕਾ ਪਿੰਡ ਹੈ। ਉੱਥੇ ਘੁੰਗਣੀਆਂ ਵੇਚ ਕੇ, ਘੁੰਗਣੀਆਂ ਭਾਵ ਕਣਕ ਦੇ ਦਾਣਿਆਂ ਨੂੰ ਉਬਾਲ ਕੇ ਗੁੜ ਦੇ ਵਿੱਚ ਪਾ ਕੇ ਘੁੰਗਣੀਆਂ ਬਣਦੀਆਂ ਨੇ। ਅੱਜ ਕੱਲ੍ਹ ਤਾਂ ਇਹ ਚੀਜ਼ਾਂ ਸਾਡੇ ਕਿਤੇ ਨਜ਼ਰ 'ਚ ਨਹੀਂ ਆਉਂਦੀਆਂ। ਸਾਡੇ ਖਾਣੇ ਪੀਣੇ ਦੇ ਅੱਜ ਕੱਲ੍ਹ ਅੰਦਾਜ਼ ਸਾਰੇ ਹੀ ਬਦਲ ਗਏ ਨੇ। ਤੇ ਘੁੰਗਣੀਆਂ ਵੇਚਦੇ ਨੇ ਪਾਤਸ਼ਾਹ। ਇਹ ਨਗਰ ਬਾਸਰ ਕੇ ਗੁਰੂ ਅਮਰਦਾਸ ਮਹਾਰਾਜ ਦਾ ਵੀ ਨਗਰ ਹੈ। ਉਹਨਾਂ ਦਿਨਾਂ ਵਿੱਚ ਹੀ 1541 ਵਿੱਚ ਜਦੋਂ ਭਾਈ ਜੇਠਾ ਜੀ ਬਾਸਰ ਕੇ ਆਉਂਦੇ ਨੇ, ਉਹਨਾਂ ਦਿਨਾਂ ਵਿੱਚ ਹੀ ਗੁਰੂ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਪਾਸੋਂ ਸਿੱਖੀ ਦੀ ਦਾਤ ਪ੍ਰਾਪਤ ਕਰਕੇ ਸਿੱਖ ਬਣੇ ਨੇ, ਤੇ ਖਡੂਰ ਸਾਹਿਬ ਹੀ ਰਹਿੰਦੇ ਨੇ, ਤੇ ਕਦੇ ਕਦੇ ਬਾਸਰ ਕੇ ਆਉਂਦੇ ਨੇ। ਤੇ ਇੱਥੇ ਹੀ ਆਪ ਜੀ ਦੀ ਮੁਲਾਕਾਤ ਬਾਬਾ ਅਮਰਦਾਸ ਜੀ ਨਾਲ ਹੁੰਦੀ ਹੈ। ਤੇ ਜਦੋਂ ਵੀ ਬਾਬਾ ਅਮਰਦਾਸ ਜੀ ਆਉਂਦੇ ਨੇ, ਮੁਲਾਕਾਤ ਹੁੰਦੀ ਹੈ, ਤੇ ਆਪ ਜੀ ਦਾ ਸਨੇਹ ਬਾਬਾ ਅਮਰਦਾਸ ਜੀ ਦੇ ਨਾਲ ਵੱਧਦਾ ਰਹਿੰਦਾ ਹੈ। ਤੇ ਜਦੋਂ 1546 ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹੁਕਮ ਅਨੁਸਾਰ ਬਾਬਾ ਅਮਰਦਾਸ ਜੀ ਗੋਇੰਦਵਾਲ ਸ਼ਹਿਰ ਦੀ ਉਸਾਰੀ ਕਰਵਾਉਂਦੇ ਨੇ, ਤਾਂ ਕੁਝ ਪਰਿਵਾਰ ਬਾਸਰ ਕੇ ਤੋਂ ਗੁਰੂ ਸਾਹਿਬ ਦੇ ਨਾਲ, ਬਾਬਾ ਅਮਰਦਾਸ ਜੀ ਦੇ ਨਾਲ ਗੋਇੰਦਵਾਲ ਚਲੇ ਜਾਂਦੇ ਨੇ, ਜਿਨ੍ਹਾਂ ਵਿੱਚ ਭਾਈ ਜੇਠਾ ਜੀ ਦਾ ਪਰਿਵਾਰ ਵੀ ਹੈ। ਉੱਥੇ ਵੀ ਭਾਈ ਜੇਠਾ ਜੀ ਘੁੰਗਣੀਆਂ ਵੇਚਦੇ ਨੇ, ਨਾਲ ਸੇਵਾ 'ਚ ਲੱਗੇ ਹੋਏ ਨੇ, ਨਾਲ ਸੇਵਾ ਕਰ ਰਹੇ ਨੇ। ਸੇਵਾ ਦੀ ਭਾਵਨਾ ਮਨ ਵਿੱਚ ਬੜੀ ਕੁੱਟ-ਕੁੱਟ ਕੇ ਭਰੀ ਹੋਈ ਹੈ। 1552 ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਅਮਰਦਾਸ ਜੀ ਨੂੰ ਗੁਰੂ ਅਮਰਦਾਸ ਬਣਾ ਦਿੰਦੇ ਨੇ। 1553 ਦੇ ਵਿੱਚ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਗੁਰੂ ਮਹਾਰਾਜ ਬੈਠੇ ਨੇ, ਗੁਰੂ ਅਮਰਦਾਸ ਜੀ ਸਾਹਮਣੇ ਸੇਵਾ ਚੱਲ ਰਹੀ ਹੈ, ਤੇ ਮਾਤਾ ਜੀ ਕਹਿੰਦੇ ਨੇ ਗੁਰੂ ਅਮਰਦਾਸ ਜੀ ਨੂੰ ਕਿ ਭਾਨੀ ਵੱਡੀ ਹੋ ਗਈ ਹੈ, ਹੁਣ ਉਸ ਦੇ ਵਾਸਤੇ ਕੋਈ ਵਰ ਦੇਖੋ। ਤਾਂ ਗੁਰੂ ਸਾਹਿਬ ਕਹਿੰਦੇ ਨੇ ਕੈਸਾ ਵਰ ਚਾਹੀਦਾ ਹੈ? ਤਾਂ ਸਾਹਮਣੇ ਉਹ ਸਿਰ ਤੇ ਮਿੱਟੀ ਦਾ ਟੋਕਰਾ ਚੁੱਕੇ ਭਾਈ ਜੇਠਾ ਜੀ ਲੰਘਦੇ ਪਏ ਨੇ, ਕਹਿੰਦੇ ਐਸਾ ਚਾਹੀਦਾ ਹੈ। ਕਹਿੰਦੇ ਐਸਾ ਤਾਂ ਫਿਰ ਇਹੀ ਹੈ, ਹੋਰ ਕੋਈ ਨਹੀਂ ਹੋ ਸਕਦਾ। ਹੁਣ ਦੇਖੋ ਕਿਆ ਕਮਾਲ ਦੀ ਗੱਲ ਹੈ ਕਿ ਗੁਰੂ ਅਮਰਦਾਸ ਮਹਾਰਾਜ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਭਾਈ ਜੇਠਾ ਜੀ ਨਾਲ ਕਰ ਦਿੰਦੇ ਨੇ। ਕਿਤੇ ਕੋਈ ਇਹ ਨਹੀਂ ਵੇਖਿਆ ਜਾਂਦਾ ਕਿ ਕਿਸ ਪਰਿਵਾਰ ਵਿੱਚੋਂ ਨੇ, ਇਹਨਾਂ ਦੇ ਮਾਤਾ ਪਿਤਾ ਨਹੀਂ ਹੈਗੇ, ਬਸ ਉਹਨਾਂ ਦੀ ਸਿੱਖੀ ਭਾਵਨਾ, ਗੁਰੂ ਨਾਲ ਪ੍ਰੇਮ ਪਿਆਰ ਵੇਖਿਆ ਗਿਆ। ਸੰਨ 1553 ਵਿੱਚ ਆਪ ਜੀ ਦਾ ਆਨੰਦ ਕਾਰਜ ਹੁੰਦਾ ਹੈ। 23 ਸਾਲ ਦੀ ਉਮਰ ਹੈ ਆਪ ਜੀ ਦੀ ਜਦੋਂ ਅਕਬਰ ਦਾ ਸੰਦੇਸ਼ਾ ਆਉਂਦਾ ਹੈ ਗੁਰੂ ਸਾਹਿਬ ਨੂੰ। ਅਕਬਰ ਕੋਲ ਸ਼ਿਕਾਇਤਾਂ ਪਹੁੰਚਦੀਆਂ ਨੇ ਗੁਰੂ ਸਾਹਿਬ ਦੇ ਖਿਲਾਫ ਕਿ ਗੁਰੂ ਘਰ ਦਾ ਪੱਖ ਰੱਖਿਆ ਜਾਵੇ। 23 ਸਾਲ ਦੀ ਉਮਰ ਵਿੱਚ ਭਾਈ ਜੇਠਾ ਜੀ ਅਕਬਰ ਦੇ ਕੋਲ ਜਾਂਦੇ ਨੇ ਗੁਰੂ ਸਾਹਿਬ ਦਾ ਪੱਖ ਰੱਖਣ ਲਈ, ਔਰ ਉੱਥੇ ਅਕਬਰ ਬਾਦਸ਼ਾਹ ਦੀ ਪੂਰੀ ਤਸੱਲੀ ਕਰਵਾਉਂਦੇ ਨੇ। ਬੜੀ ਨਿਮਰਤਾ ਦੇ ਮਾਲਕ ਨੇ।
ਨਿਮਰਤਾ ਵਾਲਾ ਗੁਣ ਕੁੱਟ-ਕੁੱਟ ਕੇ ਭਰਿਆ ਹੋਇਆ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਆਪ ਜੀ ਦੇ ਕੁਝ ਰਿਸ਼ਤੇਦਾਰ ਲਾਹੌਰ ਤੋਂ ਗੋਇੰਦਵਾਲ ਸਾਹਿਬ ਆਏ। ਹੁਣ ਉਹਨਾਂ ਨੂੰ ਪਤਾ ਹੈ ਕਿ ਸਾਡਾ ਭਤੀਜਾ ਕਹਿ ਲਓ, ਕੋਈ ਵੀ ਰਿਸ਼ਤੇਦਾਰੀ ਗੱਲ ਕਹਿ ਲਓ, ਕਿ ਭਾਈ ਜੇਠਾ ਇੱਥੇ ਹੈ ਅਤੇ ਉਹ ਗੁਰੂ ਸਾਹਿਬ ਦਾ ਜਵਾਈ ਵੀ ਬਣ ਚੁੱਕੇ ਹੈ। ਅਤੇ ਉਹਨਾਂ ਦੇ ਮਨ ਵਿੱਚ, ਆਪਾਂ ਇੱਕ ਦੁਨੀਆਦਾਰੀ ਦੀ ਸੋਚ ਦੀ ਗੱਲ ਕਰੀਏ, ਉਹਨਾਂ ਦੇ ਮਨ ਵਿੱਚ ਇਹ ਹੈ ਕਿ ਭਾਈ ਜੇਠਾ ਤਾਂ ਉੱਥੇ ਬਹੁਤ ਵੱਡੀ ਰੁਤਬੇ 'ਤੇ ਹੋਏਗਾ, ਗੁਰੂ ਦਾ ਜਵਾਈ ਬਣ ਗਿਆ। ਅਤੇ ਜਦੋਂ ਉੱਥੇ ਜਾ ਕੇ ਦੇਖਦੇ ਨੇ ਕਿ ਭਾਈ ਜੇਠਾ ਜੀ ਤਾਂ ਸਿਰ 'ਤੇ ਮਿੱਟੀ ਦੀ ਟੋਕਰੀ ਚੁੱਕੀ ਅਤੇ ਬੋਲੀ ਦੀ ਸੇਵਾ 'ਚ ਲੱਗੇ ਹੋਏ ਨੇ। ਬੜਾ ਗੁੱਸਾ ਆਉਂਦਾ ਉਹਨਾਂ ਨੂੰ, ਮਨ ਵਿੱਚ ਬੜੀ ਨਮੋਸ਼ੀ ਹੁੰਦੀ ਹੈ। ਭਾਈ ਜੇਠਾ ਜੀ ਨੂੰ ਬੜੇ ਖਰਵੇ ਬੋਲ ਬੋਲਦੇ ਨੇ, ਬੜਾ ਗੁੱਸਾ ਕਰਦੇ ਨੇ। ਜੇ ਇਹੀ ਕੁਝ ਕਰਨਾ ਸੀ ਤਾਂ ਫਿਰ ਉਹ ਘਰ ਕਿਉਂ ਛੱਡਿਆ? ਇਤਿਹਾਸ ਵਿੱਚ ਇੱਥੇ ਤੱਕ ਜ਼ਿਕਰ ਆਉਂਦਾ ਹੈ ਕਿ ਗੁਰੂ ਮਹਾਰਾਜ ਦੇ ਨਾਲ ਵੀ ਕੁਝ ਖਰਵੇ ਬੋਲ ਬੋਲ ਦਿੰਦੇ ਨੇ। ਹੁਣ ਭਾਈ ਜੇਠਾ ਜੀ ਜਿਹੜੇ 25 ਸਾਲ ਦੀ ਉਮਰ ਦੀ ਜਵਾਨੀ ਦੀ ਉਮਰ ਵਿੱਚ ਨੇ, ਉਹਨਾਂ ਦੇ ਕਿਸੇ ਇਸ ਤਰ੍ਹਾਂ ਦੇ ਬੋਲ ਦਾ ਗੁੱਸਾ ਨਹੀਂ ਮੰਨਦੇ ਅਤੇ ਗੁਰੂ ਸਾਹਿਬ ਨੂੰ ਜਾ ਕੇ ਹੱਥ ਜੋੜ ਕੇ ਉਹਨਾਂ ਦੇ ਅੱਗੋਂ ਮਾਫੀ ਮੰਗਦੇ ਨੇ ਕਿ ਪਾਤਸ਼ਾਹ ਇਹ ਅਗਿਆਨੀ ਨੇ, ਇਹਨਾਂ ਨੂੰ ਨਹੀਂ ਪਤਾ, ਇਹਨਾਂ ਨੂੰ ਕੁਝ ਨਹੀਂ ਸਮਝ, ਅਤੇ ਆਪ ਜੀ ਇਹਨਾਂ ਨੂੰ ਮਾਫ ਕਰ ਦਿਓ। ਗੁਰੂ ਘਰ ਦੀ ਸੇਵਾ 'ਚ ਉਸੇ ਤਰ੍ਹਾਂ ਲੱਗੇ ਨੇ। ਕੋਈ ਇਸ ਤਰ੍ਹਾਂ ਦੀ ਭਾਵਨਾ ਨਹੀਂ ਹੈ, ਸੇਵਕ ਵਾਲੀ ਭਾਵਨਾ। ਬਸ ਸੰਨ 1570 ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਹੁਕਮ ਅਨੁਸਾਰ ਇੱਕ ਨਵੇਂ ਸ਼ਹਿਰ ਦੀ ਉਸਾਰੀ ਆਰੰਭ ਕਰਵਾਉਂਦੇ ਨੇ, ਜਿਸ ਦਾ ਨਾਮ ਰੱਖਿਆ ਜਾਂਦਾ ਹੈ ਗੁਰੂ ਕਾ ਚੱਕ ਗੁਰੂ ਰਾਮਦਾਸ। ਬਾਅਦ ਵਿੱਚ ਅੰਮ੍ਰਿਤਸਰ ਬਣ ਗਿਆ ਉਹ ਸ਼ਹਿਰ। ਉੱਥੇ ਸਰੋਵਰ ਦੀ ਉਸਾਰੀ ਕਰਵਾਉਂਦੇ ਨੇ। ਸਰੋਵਰ ਦੀ ਉਸਾਰੀ ਗੁਰਤਾ ਗਤੀ ਤੋਂ ਬਾਅਦ ਹੁੰਦੀ ਹੈ। 1574 ਦੇ ਵਿੱਚ ਆਪ ਜੀ ਗੁਰਤਾ ਗਤੀ ਦੇ ਵਾਰਸ ਬਣ ਜਾਂਦੇ ਨੇ 40 ਸਾਲ ਦੀ ਉਮਰ ਦੇ ਵਿੱਚ। ਉਸ ਤੋਂ ਪਹਿਲਾਂ ਸ਼ਹਿਰ ਦੀ ਉਸਾਰੀ ਹੋ ਰਹੀ ਹੈ, ਫਿਰ ਸਰੋਵਰ ਦੀ ਉਸਾਰੀ ਵੀ ਹੁੰਦੀ ਹੈ। ਇਤਿਹਾਸ ਵਿੱਚ ਇੱਥੇ ਤੱਕ ਲਿਖਿਆ ਮਿਲਦਾ ਕਿ ਗੁਰੂ ਹੁੰਦਿਆਂ ਵੀ ਜਦੋਂ ਸੰਗਤਾਂ ਦੇ ਨਾਲ ਅੰਮ੍ਰਿਤ ਵੇਲੇ ਉੱਥੇ ਕੀਰਤਨ ਹੁੰਦਾ ਹੈ, ਉੱਥੇ ਜਿਸ ਜਗ੍ਹਾ 'ਤੇ ਦਰਬਾਰ ਸਾਹਿਬ ਹੈ, ਜਿੱਥੇ ਸਰੋਵਰ ਬਣ ਰਿਹਾ, ਉੱਥੇ ਸੰਗਤਾਂ ਇਕੱਤਰ ਹੁੰਦੀਆਂ ਨੇ, ਕੀਰਤਨ ਹੁੰਦਾ ਹੈ, ਵਿਚਾਰਾਂ ਹੁੰਦੀਆਂ ਨੇ, ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ। ਅਤੇ ਜਦੋਂ ਕਿਤੇ ਸਮਾਂ ਮਿਲਦਾ ਅਤੇ ਆਪ ਫਿਰ ਟੋਕਰੀ ਫੜ ਕੇ ਅਤੇ ਸੇਵਾ ਵਿੱਚ ਲੱਗ ਜਾਂਦੇ ਨੇ। ਗੁਰਤਾ ਗੱਦੀ ਤੋਂ ਬਾਅਦ ਵੀ ਇਹ ਸਾਡੇ ਵਾਸਤੇ ਪੂਰਨੇ ਪਾ ਰਹੇ ਨੇ ਪਾਤਸ਼ਾਹ। ਕਿ ਇਹਦਾ ਮਤਲਬ ਇਹ ਨਹੀਂ ਕਿ ਜੇ ਉੱਥੇ ਹੋ ਕੇ ਤਾਂ ਸੇਵਾ ਪਿੱਛੇ ਹਟ ਗਈ, ਨਹੀਂ, ਐਸਾ ਨਹੀਂ ਹੈ। ਹੁਣ ਜਦੋਂ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦੇ ਨੇ, 40 ਸਾਲ ਦੀ ਉਮਰ ਹੈ, ਅਤੇ ਇਤਿਹਾਸ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜਾ ਵਧੀਆ ਲਿਖਿਆ ਹੈ। ਉਹ ਕਹਿੰਦੇ ਉਸ ਵਕਤ ਆਪ ਜੀ ਦੇ ਮਨ ਵਿੱਚ ਉਹ ਸਮਾਂ ਆ ਜਾਂਦਾ ਹੈ ਜਦੋਂ ਲਾਹੌਰ ਦੀਆਂ ਗਲੀਆਂ ਵਿੱਚੋਂ ਨਾਨੀ ਬਾਂਹ ਫੜ ਕੇ ਤੇ ਆਪਣੇ ਘਰ ਲੈ ਕੇ ਜਾ ਰਹੀ ਹੈ। ਉਹ ਐਸਾ ਕੁਝ ਉਹਨਾਂ ਦੇ ਮਨ ਵਿੱਚ ਭਾਵ ਆ ਜਾਂਦੇ ਨੇ ਕਿ ਸਮਾਂ ਕਿ ਲਾਹੌਰ ਵਿੱਚੋਂ ਯਤੀਮ ਬਣ ਕੇ ਤੇ ਨਿਕਲ ਰਹੇ ਨੇ, ਅਤੇ ਅੱਜ ਕਿਹੜੀ ਗੁਰੂ ਦੀ ਕਿਰਪਾ ਹੋ ਗਈ ਹੈ, ਗੁਰੂ ਦੀ ਕਿਰਪਾ ਹੋ ਗਈ ਹੈ। ਬਾਣੀ ਵਿੱਚ ਵੀ ਇਸ ਦਾ ਆਪਾਂ ਸਮਝਦੇ ਹਾਂ ਕਿ ਪਾਤਸ਼ਾਹ ਆਪਣੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ, ਜਦੋਂ ਪਾਤਸ਼ਾਹ ਕਹਿੰਦੇ ਨੇ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਅਤੇ ਜਦੋਂ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦੇ ਨੇ, ਅਤੇ ਇਸ ਘਟਨਾ ਦਾ ਜ਼ਿਕਰ ਭਾਈ ਸੱਤਾ ਬਲਵੰਡ ਜੀ ਆਪਣੀ ਵਾਰ ਵਿੱਚ ਕਰਦੇ ਨੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਆਪਾਂ ਪੜ੍ਹਦੇ ਹਾਂ, ਆਪਾਂ ਇਸ ਸ਼ਬਦ ਨੂੰ ਇਹਨਾਂ ਦਿਨਾਂ ਵਿੱਚ ਆਪਾਂ ਵਿਸ਼ੇਸ਼ ਤੌਰ 'ਤੇ ਪੜ੍ਹਿਆ ਜਾਂਦਾ ਹੈ। ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਜਿੱਥੇ ਸ਼ਹਿਰ ਦੀ ਉਸਾਰੀ ਕਰਵਾ ਰਹੇ ਨੇ, ਇਸ ਧਰਮ ਦਾ ਕੇਂਦਰ ਬਣ ਰਿਹਾ ਅੰਮ੍ਰਿਤਸਰ ਸਾਹਿਬ। ਕੇਵਲ ਧਰਮ ਦਾ ਨਹੀਂ, ਵਪਾਰ ਦਾ ਵੀ ਬੜਾ ਵੱਡਾ ਕੇਂਦਰ ਬਣ ਰਿਹਾ। ਵੱਖਰੇ ਵੱਖਰੇ ਕਿੱਤਿਆਂ ਵਾਲੇ ਲੋਕਾਂ ਨੂੰ ਲਿਆ ਕੇ ਪਾਤਸ਼ਾਹ ਸ਼ਹਿਰ ਵਿੱਚ ਵਸਾਉਂਦੇ ਨੇ, ਔਰ ਅੱਜ ਵੀ ਵਪਾਰ ਦਾ ਬੜਾ ਵੱਡਾ ਕੇਂਦਰ ਹੈ। ਉੱਥੇ ਵਪਾਰੀਆਂ ਨੂੰ ਵਸਾਉਂਦੇ ਨੇ ਲਿਆ ਕੇ। ਉੱਥੇ ਪਾਤਸ਼ਾਹ ਉਸ ਸ਼ਹਿਰ ਦੇ ਵਿੱਚ ਵੱਖਰੇ ਵੱਖਰੇ ਕਿੱਤੇ ਸ਼ੁਰੂ ਕਰਵਾਉਂਦੇ ਨੇ। ਹੁਣ ਇਸ ਸਾਰੇ ਕੰਮ ਦੇ ਲਈ ਬੜੀ ਦੂਰੋਂ ਦੂਰੋਂ ਸੰਗਤ ਆਉਂਦੀ ਹੈ। ਦੂਰੋਂ ਕੁਝ ਸੰਗਤ ਮਾਇਆ ਭੇਜਣੀ ਚਾਹੁੰਦੀ ਹੈ, ਆਪ ਨਹੀਂ ਆ ਸਕਦੇ, ਅਤੇ ਪਾਤਸ਼ਾਹ ਮਸੰਦ ਪ੍ਰਥਾ ਦੀ ਆਰੰਭਤਾ ਕਰਦੇ ਨੇ। ਜਿਹੜੀਆਂ ਸੰਗਤਾਂ ਮਾਇਆ ਭੇਜਣੀਆਂ ਚਾਹੁੰਦੀਆਂ, ਉਹਨਾਂ ਦੀ ਮਾਇਆ ਲਿਆ ਕੇ ਗੁਰੂ ਸਾਹਿਬ ਨੂੰ ਦਿੰਦੇ ਨੇ, ਉਹਨਾਂ ਨੂੰ ਮਸੰਦ ਕਿਹਾ ਜਾਂਦਾ ਹੈ। ਭਾਵ ਇੱਕ ਤਰ੍ਹਾਂ ਦੇ ਨਾਲ ਗੁਰੂ ਦਾ ਮੈਸੇਂਜਰ ਹੋ ਗਿਆ, ਜਿਹੜਾ ਉੱਥੇ ਗੁਰੂ ਦਾ ਮੈਸੇਜ ਉੱਥੇ ਤੱਕ ਅਤੇ ਉਹਨਾਂ ਦਾ ਮੈਸੇਜ ਗੁਰੂ ਤੱਕ ਪਹੁੰਚਾਉਣਾ। ਇਸ ਮਸੰਦ ਪ੍ਰਥਾ ਦੀ ਆਰੰਭਤਾ ਵੀ ਪਾਤਸ਼ਾਹ ਕਰਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ
ਅੱਜ ਸਾਰੀ ਦੁਨੀਆ ਦੇ ਵਿੱਚ ਬੈਠਾ ਹੋਇਆ ਸਿੱਖ, ਕੇਵਲ ਸਿੱਖ ਦੀ ਗੱਲ ਨਾ ਕਰੀਏ, ਹਰ ਵਿਅਕਤੀ ਜਿਹੜਾ ਕਿਤੇ ਵੀ ਬੈਠਾ ਹੈ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਜ਼ਰੂਰ ਦਰਸ਼ਨ ਕਰਨੇ ਲੋਚਦਾ ਹੈ। ਗੁਰੂ ਰਾਮਦਾਸ ਮਹਾਰਾਜ ਦੇ ਘਰ ਬੈਠ ਕੇ ਜੋ ਸ਼ਾਂਤੀ ਤੇ ਸਕੂਨ ਪ੍ਰਾਪਤ ਹੁੰਦਾ ਹੈ, ਹਰ ਵਿਅਕਤੀ ਉਸ ਸਕੂਨ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਉੱਥੇ ਕਿਸੇ ਕਿਸਮ ਦਾ ਕੋਈ ਭੇਦਭਾਵ ਨਹੀਂ ਹੈ। ਹਰਿਮੰਦਰ ਸਾਹਿਬ ਨੀਵਾਂ ਬਣਿਆ ਹੋਇਆ ਹੈ, ਇਹ ਨਿਮਰਤਾ ਦੀ ਨਿਸ਼ਾਨੀ ਹੈ। ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਨੇ, ਕਿਤੋਂ ਵੀ ਕੋਈ ਵਿਅਕਤੀ ਆ ਸਕਦਾ ਹੈ, ਕਿਸੇ ਵੀ ਧਰਮ ਦਾ ਆ ਸਕਦਾ ਹੈ, ਕਿਸੇ ਵੀ ਜਾਤ ਦਾ ਆ ਸਕਦਾ ਹੈ। 4 ਪ੍ਰਮੁੱਖ ਜਾਤੀਆਂ ਮੰਨੀਆਂ ਜਾਂਦੀਆਂ, ਸਾਰੇ ਪ੍ਰਵਾਨ ਨੇ, ਕਿਸੇ ਵਾਸਤੇ ਕੋਈ ਪਾਬੰਦੀ ਨਹੀਂ ਹੈ। ਗੁਰੂ ਰਾਮਦਾਸ ਮਹਾਰਾਜ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਬਾਅਦ ਵਿੱਚ ਉਸੇ ਸਥਾਨ ਤੇ ਪੰਚਮ ਪਾਤਸ਼ਾਹ ਨੇ ਕਰਵਾਈ ਹੈ। ਫਿਰ ਉੱਥੇ ਸਥਾਨ ਤੇ ਅਕਾਲ ਤਖਤ ਸਾਹਿਬ ਦੀ ਉਸਾਰੀ 6ਵੇਂ ਪਾਤਸ਼ਾਹ ਨੇ ਕਰਵਾਈ ਹੈ। ਉਹ ਸਿੱਖਾਂ ਦਾ ਧਰਮ ਦੇ ਨਾਲ ਨਾਲ ਇੱਕ ਰਾਜਸੀ ਕੇਂਦਰ ਵੀ ਬਣ ਗਿਆ, ਸਿੱਖਾਂ ਦੀ ਇੱਕ ਰਾਜਧਾਨੀ ਵੀ ਬਣ ਜਾਂਦਾ ਉਹ ਸ਼ਹਿਰ, ਗੁਰੂ ਰਾਮਦਾਸ ਮਹਾਰਾਜ ਦਾ ਵਸਾਇਆ ਹੋਇਆ ਸ਼ਹਿਰ। ਗੁਰੂ ਸਾਹਿਬ ਕੇਵਲ 7 ਸਾਲ ਦਾ ਸਮਾਂ ਗੁਰਤਾ ਗੱਦੀ ਤੇ ਬਿਰਾਜਮਾਨ ਰਹਿੰਦੇ ਨੇ। 47 ਸਾਲ ਦੀ ਉਮਰ ਵਿੱਚ ਆਪ ਜੋਤੀ ਜੋਤ ਸਮਾ ਜਾਂਦੇ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਆਪ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਨੇ, ਉਹਨਾਂ ਨੂੰ ਗੁਰਤਾ ਗੱਦੀ ਦਾ ਵਾਰਸ ਬਣਾ ਦਿੰਦੇ ਨੇ। ਪਾਤਸ਼ਾਹ ਨੇ ਬਾਣੀ ਦੀ ਰਚਨਾ ਵੀ ਕੀਤੀ ਹੈ। ਆਪਾਂ ਇੱਕ ਵੱਖਰੀ ਵੀਡੀਓ ਰਾਹੀਂ ਉਹਨਾਂ ਦੀ ਬਾਣੀ ਦੇ ਬਾਰੇ ਵੀ ਵਿਚਾਰ ਕਰਾਂਗੇ। ਬਾਣੀ ਦੀ ਰਚਨਾ ਵੀ ਕੀਤੀ ਹੈ। ਬਾਣੀ ਦੇ ਰਾਹੀਂ ਵੀ ਬੜੇ ਸਾਰੇ ਉਪਦੇਸ਼ ਦਿੱਤੇ ਨੇ ਪਾਤਸ਼ਾਹ ਨੇ। ਆਪਾਂ ਪਾਤਸ਼ਾਹ ਦੀ ਬਾਣੀ ਨਾਲ ਵੀ ਜੁੜਨਾ ਹੈ। ਕਿੱਥੇ ਇੱਕ ਐਸੇ ਸਿੰਪਲ ਸਾਦੇ ਪਰਿਵਾਰ ਦੇ ਵਿੱਚ ਜਿੱਥੇ ਮਾਤਾ ਪਿਤਾ ਵੀ ਚੜ੍ਹਾਈ ਕਰ ਜਾਂਦੇ ਨੇ ਤੇ ਉੱਥੋਂ ਉੱਠ ਕੇ ਆ ਕੇ ਗੁਰੂ ਨਾਲ ਜੁੜ ਕੇ ਕਿੱਥੇ ਗੁਰਤਾ ਗੱਦੀ ਦੇ ਵਾਰਸ ਬਣ ਜਾਂਦੇ ਨੇ। ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਜਦੋਂ ਆਪਾਂ ਜੀਵਨ ਨੂੰ ਪੜ੍ਹਦੇ ਹਾਂ ਤੇ ਆਪਾਂ ਵੇਖਦੇ ਹਾਂ ਕਿ ਭੱਟ ਸਾਹਿਬਾਨ ਜਦੋਂ ਬਾਣੀ ਦੀ ਰਚਨਾ ਕਰਦੇ ਨੇ ਨਾ, ਤੇ ਭੱਟ ਸਾਹਿਬਾਨ ਸਭ ਤੋਂ ਜ਼ਿਆਦਾ ਭੱਟ ਸਾਹਿਬਾਨ ਦੀ ਬਾਣੀ ਗੁਰੂ ਰਾਮਦਾਸ ਮਹਾਰਾਜ ਦੇ ਬਾਰੇ ਹੈ। ਤੇ ਭੱਟ ਕੀਰਤ ਜੀ ਕਹਿੰਦੇ ਨੇ, ਇਹੀ ਅਰਦਾਸ ਬੇਨਤੀ ਜੋ ਜਿਹੜੀ ਅੱਜ ਆਪਾਂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਕਰਨੀ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਕਾਹੀ, ਮਾਇਆ ਮੋਹ ਭਰਮ ਪਹਿ ਭੂਲੈ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਇਹ ਜਿਹੜੀ ਅਰਦਾਸ ਭੱਟ ਕੀਰਤ ਜੀ ਨੇ ਕੀਤੀ ਹੈ, ਅਸੀਂ ਵੀ ਇਹੀ ਅਰਦਾਸ ਬੇਨਤੀ ਜੋ ਜਿਹੜੀ ਗੁਰੂ ਦੇ ਚਰਨਾਂ 'ਚ ਕਰਨੀ ਹੈ ਕਿ ਗੁਰੂ ਸਾਹਿਬ ਸਾਨੂੰ ਵੀ ਆਪਣੀ ਸ਼ਰਨ ਵਿੱਚ ਰੱਖ ਲੈਣ, ਗੁਰੂ ਸਾਹਿਬ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।